ਭਾਰਤੀ ਮੀਡੀਆ ਜਿਸ ਤਰ੍ਹਾਂ ਦੇ ਨਾਲ ਹੁਣ ਅਸੀਂ ਗੱਲਬਾਤ ਕਰ ਰਹੇ ਹਾਂ, ਜਿਸ ਅਸੀਂ ਗੋਦੀ ਮੀਡੀਆ ਦੀ ਗੱਲਬਾਤ ਕਰਦੇ ਹਾਂ ਲਗਾਤਾਰ, ਉਹਦੇ ਵਿੱਚ ਇਹੀ ਹੈ ਚੀਨ ਕੋ ਸਬਕ ਸਿਖਾ ਦੇਂਗੇ ਜੀ, ਚੀਨ ਨੂੰ ਇਹ ਕਰ ਦਾਂਗੇ, ਫਲਾਣਾ ਕਰ ਦਾਂਗੇ। ਕਿ ਘੱਟੋ ਘੱਟ ਚੀਨ ਤੋਂ ਕੋਈ ਜੇਕਰ ਤੁਸੀਂ ਹੋਰ ਗੱਲਾਂ ਨਹੀਂ ਕਰ ਸਕਦੇ, ਕੋਈ ਚੱਜ ਦੀ ਗੱਲ ਚੀਨ ਤੋਂ ਹੀ ਸਿੱਖ ਲਓ। ਚੀਨ ਨੂੰ ਇਹ ਦੇਖ ਲਓ ਕਿ ਬਾਕੀ ਸਾਰੀ ਦੁਨੀਆ ਦੀ GDP ਥੱਲੇ ਨੂੰ ਗਈ ਆ ਕਰੋਨਾ ਕਾਲ ਦੇ ਵਿੱਚ, ਤੇ ਚੀਨ ਦੀ 12% ਤੋਂ ਉੱਪਰ ਚਲੀ ਗਈ ਆ। ਤੇ ਘੱਟੋ ਘੱਟ ਇੰਨਾ ਕੁ ਤਾਂ ਅਕਲ ਹੋਣੀ ਚਾਹੀਦੀ ਹੈ ਕਿ ਚਲੋ ਜੇ ਆਪਣਾ ਘਰ ਠੀਕ ਠਾਕ ਤਰੀਕੇ ਨਾਲ ਅਸੀਂ ਨਹੀਂ ਚਲਾ ਸਕਦੇ ਤੇ ਗਵਾਂਢੀ ਕਿਵੇਂ ਤਰੱਕੀ ਕਰ ਰਿਹਾ, ਘੱਟੋ ਘੱਟ ਉਹੀ ਦੇਖ ਲਈਏ। ਬੰਦਾ ਫਾਰਮੂਲਾ ਹੀ ਦੇਖ ਲੈਂਦਾ ਕਿ ਕਿਸ ਤਰੀਕੇ ਦੇ ਨਾਲ ਚੱਲ ਰਿਹਾ ਕੰਮਕਾਰ। ਸਾਬਕਾ DGP ਸੁਮੇਧ ਸਿੰਘ ਸੈਣੀ ਹੁਣ ਤੱਕ ਅਦਾਲਤ ਤੋਂ ਰਾਹਤ ਲੈਂਦੇ ਆ ਰਹੇ ਸੀ, ਪਰ ਹੁਣ ਅਦਾਲਤ ਨੇ ਵੀ ਮਨਾ ਕਰ ਦਿੱਤਾ। ਅਦਾਲਤ ਨੇ ਵੀ ਬਸ ਕਰ ਦਿੱਤੀ ਹੈ ਕਿ ਹੁਣ ਅਸੀਂ ਤੁਹਾਨੂੰ ਹੋਰ ਰਿਆਇਤ ਹੋਰ ਨਹੀਂ ਦੇ ਸਕਦੇ। ਜਦੋਂ ਅਗਾਊ ਜ਼ਮਾਨਤ ਸੁਮੇਧ ਸਿੰਘ ਸੈਣੀ ਨੂੰ ਨਹੀਂ ਮਿਲੀ ਤੇ ਫਿਰ ਸੈਣੀ ਸਾਹਿਬ ਗਾਇਬ ਹੋ ਜਾਂਦੇ ਆ। ਜਿਹੜੀ ਸਰਕਾਰੀ ਸੁਰੱਖਿਆ ਸਰਕਾਰ ਵੱਲੋਂ ਉਹਨਾਂ ਨੂੰ ਦਿੱਤੀ ਗਈ ਸੀ ਤੇ ਉਹ ਉਹਨਾਂ ਦੇ ਘਰੇ ਖੜੀ ਰਹਿ ਜਾਂਦੀ ਹੈ ਤੇ ਸੈਣੀ ਸਾਹਿਬ ਗਾਇਬ ਹੋ ਜਾਂਦੇ ਨੇ। ਕੀ ਹੁਣ SIT ਦੇ ਹੱਥ ਨੇ ਜਿਹੜੇ ਉਹ ਸੈਣੀ ਦੇ ਵੱਲ ਵੱਧ ਰਹੇ ਨੇ? ਉਹਨਾਂ ਨੇ ਸਾਫ਼ ਗੱਲ ਕਹੀ ਹੈ ਕਿ ਉਹਨਾਂ ਤੋਂ ਕਿਸੇ ਵੀ ਤਰੀਕੇ ਦੀ ਬਿਲਕੁਲ ਚਿੱਠੀ ਜਿਹੜੀ ਉਹ DGP ਨੂੰ ਆਈ ਹੈਗੀ ਦਿਨਕਰ ਗੁਪਤਾ ਨੂੰ, ਬਟ ਉਹ ਕੋਈ ਵੀ Z+ ਸਿਕਿਉਰਿਟੀ ਉਹਨਾਂ ਦੀ ਬਿਲਕੁਲ ਵਾਪਸ ਨਹੀਂ ਲਈ ਗਈ ਹੈ। ਉਹਨਾਂ ਦੀਆਂ ਵੈਨਸ ਜਿਹੜੀਆਂ ਨੇ, ਖਾਸ ਕਰਕੇ ਬਾਕਸਿਸ ਜਿਹੜੇ ਲੱਗੇ ਹੋਏ ਨੇ ਜਾਂ ਫਿਰ ਜਿਹੜੀ ਗੱਡੀਆਂ ਨੇ, ਉਹ ਸਾਰੀਆਂ ਮੁਸਤੈਦੀ ਨਾਲ ਉੱਥੇ ਹੀ ਖੜੀਆਂ ਨੇ। ਦੇ ਵਿੱਚ ਪ੍ਰੈਸ ਨੋਟ ਦੇ ਵਿੱਚ ਇਹ ਗੱਲ ਕਹੀ ਹੈਗੀ ਹੈ ਕਿ ਉਹ ਸਾਰੀ ਦੀ ਸਾਰੀ Z+ ਸਿਕਿਉਰਿਟੀ ਨੂੰ ਛੱਡ ਕੇ ਸੈਣੀ ਖੁਦ ਉੱਥੋਂ ਗਏ ਨੇ। ਇੱਕ ਵਾਰ ਫਿਰ ਤੋਂ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਗਲੋਬਲ ਗੱਲਬਾਤ ਦੇ ਵਿੱਚ, ਤੇ ਮੇਰੇ ਨਾਲ ਹਲੇ ਵੀ ਜੁੜੇ ਹੋਏ ਨੇ ਜੀ ਡਾਕਟਰ ਗਿਆਨ ਸਿੰਘ ਜੀ। ਡਾਕਟਰ ਸਾਹਿਬ ਮਾਫੀ ਚਾਹੁੰਦੇ ਆ ਜੀ, ਬ੍ਰੇਕ ਲੈਣੀ ਪੈ ਗਈ ਸੀ ਤੇ ਉਹ ਵੀ ਕੁਝ ਜਿਹੜੀਆਂ ਜ਼ਰੂਰਤਾਂ ਹੁੰਦੀਆਂ ਨੇ ਜੀ, ਮਜਬੂਰੀਆਂ। ਤੇ ਸਰ ਠੀਕ ਹੈ, ਅਸੀਂ ਗੱਲਬਾਤ ਕੀਤੀ ਆ, ਇਸ GDP ਦੇ ਘਟਣ ਦੀ ਗੱਲਬਾਤ ਕੀਤੀ ਆ, ਤੇ ਲੇਕਿਨ ਹੁਣ ਇੱਕ ਵੱਡਾ ਸਵਾਲ ਇਹ ਪੈਦਾ ਹੋ ਰਿਹਾ ਹੈ ਕਿ ਹੁਣ ਸਾਡੇ ਕੋਲ ਵੈਸੇ ਮੰਨੇ ਪ੍ਰਮੰਨੇ ਅਰਥ ਸ਼ਾਸਤਰੀ ਡਾਕਟਰ ਮਨਮੋਹਨ ਸਿੰਘ ਜੀ ਹੈਗੇ ਤਾਂ ਹੈ, ਪਰ ਸਰਕਾਰ ਦੂਜੀ ਪਾਰਟੀ ਦੀ ਆ ਤੇ BJP ਚਾਹ ਕੇ ਵੀ ਹੋ ਨਹੀਂ ਸਕਦਾ ਕਿ ਉਹਨਾਂ ਦੀ ਪਹਿਲਾਂ ਸਲਾਹ ਲਏਗੀ। ਤੇ ਤੁਸੀਂ ਕੀ ਸਮਝਦੇ ਹੋ ਹੁਣ ਜੇਕਰ ਸਰਕਾਰ ਇਸੇ ਤਰੀਕੇ ਨਾਲ ਚਲੀ ਗਈ ਤੇ ਫਿਰ ਤਾਂ ਦੇਸ਼ ਕਿਸ ਪਾਸੇ ਨੂੰ ਜਾਏਗਾ? ਫਿਰ ਤਾਂ ਇਹ ਸਭ ਨੂੰ ਪਤਾ, ਕੋਈ ਸੋਚਣ ਦੀ ਲੋੜ ਨਹੀਂ। ਲੇਕਿਨ ਜੇ ਸਰਕਾਰ ਚਾਹਵੇ ਤੇ ਕੀ ਕਰ ਸਕਦੀ ਹੈ? ਕਿ ਮੁੜ ਤੋਂ ਜਿਹੜੀ ਸਾਡੀ ਗੱਡੀ ਲੀਹੋਂ ਲੱਥੀ ਆ ਉਹਨੂੰ ਅਸੀਂ ਵਾਪਸ ਉੱਥੇ ਕਿਵੇਂ ਲਿਆ ਕੇ ਖੜਾ ਕਰ ਸਕਦੇ? ਮੈਂ ਤੁਹਾਡੇ ਮੇਨ ਕੁਐਸਚਨ ਤੇ ਆਉਣਾ। ਪਹਿਲੀ ਗੱਲ ਨੂੰ ਸੰਖੇਪ ਚ ਪੂਰਾ ਕਰਦਾ ਜੀ। ਇਹ ਜਦ ਕਿਸਾਨ 10 ਕਿਲੋਮੀਟਰ ਤੇ ਜਾ ਕੇ ਆਪਦੀ ਫਸਲ ਵੇਚਣ ਲਈ ਵੀ ਟਰਾਲੀ ਕਿਰਾਏ ਤੇ ਲੈਂਦਾ ਹੈ, ਉਹ ਕਿਹੜੀਆਂ ਮੰਡੀਆਂ ਜਾ ਕੇ ਵੇਚੂਗਾ? ਬਿਲਕੁਲ। ਤੇ ਜਦੋਂ ਪ੍ਰਾਈਵੇਟ ਮੰਡੀਆਂ ਹੋ ਗਈਆਂ, ਵਪਾਰੀ ਖਰੀਦਣ ਲੱਗੇ, ਤਾਂ APMC ਮੰਡੀਆਂ ਦਾ ਕੀ ਸਕੋਪ ਰਹੂਗਾ? ਪ੍ਰੋਕਿਉਰਮੈਂਟ ਜਾਂਦੀ ਰਹੂਗੀ ਤੇ ਫਿਰ ਤਾਂ ਕਿਸਾਨੀ ਦਾ ਉਜਾੜਾ ਹੋਊਗਾ। ਤੇ ਇਸ ਲਈ ਇਹ ਸਾਨੂੰ ਜਿਹੜੀ ਚਿੱਠੀ ਆਈ ਹੈ ਉਹ ਚਿੱਠੀ ਕੇਂਦਰੀ ਖੇਤੀਬਾੜੀ ਮੰਤਰੀ ਦੀ ਹੈਗੀ। ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਡਿਸਾਈਡ ਕਰਦੀ ਹੈ MSP, ਉਹ 'ਚ ਕਨਫਿਊਜ਼ਨ ਨਹੀਂ ਕਰਨੀ ਚਾਹੀਦੀ। ਹੁਣ ਗੱਲ ਤੁਹਾਡੀ ਹੈਗੀ, ਤੁਸੀਂ ਕਹਿੰਦੇ ਹੋ ਡਾਕਟਰ ਮਨਮੋਹਨ ਸਿੰਘ ਵਰਗੇ ਸਾਡੇ ਕੋਲ ਨੋਨ ਇਕੋਨੋਮਿਸਟ ਹੈਗੇ, ਉਹਦੀ ਰਾਏ ਨਾਲ ਲੈ ਕੇ ਵੀ BJP ਦੂਜੇ ਪਾਸੇ ਜਾ ਰਹੀ ਹੈ। ਇਹ ਇੱਥੇ ਮੇਰਾ ਥੋੜਾ ਜਿਹਾ ਹੋਰ ਅੰਡਰਸਟੈਂਡਿੰਗ ਹੈ ਕਿ 1991 ਤੋਂ ਜਿੰਨੇ ਵੀ ਸਾਡੇ ਕੋਲ ਪ੍ਰਧਾਨ ਮੰਤਰੀ ਆਏ ਨੇ ਉਹਨਾਂ 'ਚ ਡਾਕਟਰ ਮਨਮੋਹਨ ਸਿੰਘ ਵੀ ਨੇ, ਸਾਰਿਆਂ ਨੇ ਇੱਕੋ ਰੇਲ ਗੱਡੀ ਦੇ ਝੂਟੇ ਲਏ ਨੇ। ਉਹ ਹੈ LPG ਮਾਡਲ, ਲਿਬਰਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ, ਗਲੋਬਲਾਈਜੇਸ਼ਨ ਹੈ ਜੀ। ਇਹ ਨਵੀਆਂ ਆਰਥਿਕ ਨੀਤੀਆਂ ਦਾ ਕਾਰਪੋਰੇਟ ਪ੍ਰਬੰਧ ਨੂੰ ਪ੍ਰਮੋਟ ਕਰਦੀਆਂ ਰਹੀਆਂ ਨੇ। ਰੌਲਾ ਤਾਂ ਹੈ ਕਿ ਜੇ ਇਸ ਸੰਕਟ ਚੋਂ ਨਿਕਲਣਾ ਹੈ ਤਾਂ ਸਾਨੂੰ ਜਿਹੜਾ ਸਾਡਾ 1991 ਤੋਂ ਲੈ ਕੇ ਲਗਾਤਾਰ ਹੁਣ ਤੱਕ ਪ੍ਰੋ ਕਾਰਪੋਰੇਟ ਆਰਥਿਕ ਮਾਡਲ ਅਪਣਾਇਆ ਹੈ, ਉਹਦਾ ਖੜਾ ਛੱਡਦੇ ਹੋਏ ਸਾਨੂੰ ਲੋਕ ਪੱਖੀ ਤੇ ਕੁਦਰਤ ਪੱਖੀ ਆਰਥਿਕ ਵਿਕਾਸ ਮਾਡਲ ਬਣਾਉਣਾ ਪਊਗਾ, ਜਿਹਦਾ ਧੁਰਾ ਕਿਰਤੀ ਵਰਗ ਹੋਵੇ। ਜੇ ਕਿਰਤੀ ਵਰਗ ਨੂੰ ਅਸੀਂ ਦੇਵਾਂਗੇ, ਉਹਦੇ ਨਾਲ ਮੰਡੀ ਵੀ ਚੱਲੂ, ਉਹਦੇ ਨਾਲ ਆਰਥਿਕਤਾ ਵੀ ਚੱਲੂ, ਉਹਦੇ ਨਾਲ ਦੇਸ਼ ਵੀ ਚੱਲੂਗਾ ਜੀ। ਠੀਕ ਹੈ ਡਾਕਟਰ ਸਾਹਿਬ, ਆਖਰੀ ਸਵਾਲ ਵੱਲ ਵਧਾਂਗੇ ਜੀ। ਤੇ ਹੁਣ ਜਿਸ ਤਰੀਕੇ ਦੇ ਨਾਲ ਗੱਲਾਂ ਬਾਤਾਂ ਹੋ ਰਹੀਆਂ ਨੇ ਕਿ ਚਲੋ ਇਹ ਵੀ ਅਸੀਂ ਗੱਲਾਂ ਕੀਤੀਆਂ ਕਿ ਜੇ ਨਿੱਜੀਕਰਨ ਹੋ ਜਾਂਦਾ ਤੇ ਜੇ ਮੰਨ ਲਈਏ ਜੀ ਜੇ ਨਿੱਜੀਕਰਨ ਇਸ ਤਰੀਕੇ ਦੇ ਨਾਲ ਕਰ ਸਕਦੇ ਆ, ਫਿਰ ਸਵਾਲ ਪੈਦਾ ਇਹ ਹੁੰਦਾ ਕਿ ਫਿਰ ਦੇਸ਼ ਦੀ ਸਰਕਾਰ ਕੀ ਕਰੇਗੀ? ਫਿਰ ਸਰਕਾਰ ਤਾਂ ਵਿਹਲੀ ਹੋ ਜਾਏਗੀ ਜੀ। ਫਿਰ ਤਾਂ ਜੇ ਨਿੱਜੀ ਹੱਥਾਂ ਨਹੀਂ ਸਾਰਾ ਦੇਸ਼ ਚਲਾਉਣਾ, ਵੱਖ-ਵੱਖ ਵਿਭਾਗ ਚਲਾਉਣੇ ਆ, ਫਿਰ ਤੁਸੀਂ ਕੀ ਸਮਝਦੇ ਹੋ ਕਿ ਫਿਰ ਤਾਂ ਵੋਟਾਂ ਪਾਉਣ ਦਾ ਵੀ ਕੋਈ ਫਾਇਦਾ ਨਹੀਂ ਰਹਿਣਾ ਜੀ?
ਇਹ ਦੇਖੋ, ਸਾਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਨੇ, ਵੋਟਾਂ ਜਾਂ ਡੈਮੋਕ੍ਰੇਸੀ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ। ਪਰ ਜਿਹੜਾ ਸਾਰੇ ਦੁੱਖਾਂ ਦੀ ਦਾਰੂ ਨੂੰ ਨਿੱਜੀਕਰਨ ਜਾਂ ਇਹ ਨਿੱਜੀ ਕੰਪਨੀਆਂ ਦੱਸਿਆ ਜਾ ਰਿਹਾ ਹੈ, ਇਹ ਉਹ ਲੋਕਾਂ ਨਾਲ ਧੋਖਾ ਹੈਗਾ। ਸਾਰੇ ਦੁੱਖਾਂ ਦੀ ਦਾਰੂ, ਇਹ ਵੱਡੀ ਦਾਰੂ ਜਿਹੜੀ ਮੈਨੂੰ ਲੱਗਦੀ ਹੈ ਉਹ 1929 ਤੋਂ 34 ਤੱਕ ਜਦੋਂ ਵੱਡੀ ਆਰਥਿਕ ਮੰਦੀ ਦੁਨੀਆ 'ਚ ਪਈ ਸੀ, ਉਸ ਮੌਕੇ ਤੇ ਬਹੁਤ ਹੀ ਪ੍ਰਸਿੱਧ ਅਰਥ ਵਿਗਿਆਨੀ JM ਨੇ ਦੱਸੀ ਸੀ ਕਿ ਸਾਨੂੰ ਜਿਹੜਾ ਜਨਤਕ ਖੇਤਰ ਹੈ ਉਹਨੂੰ ਵਧਾਉਣਾ ਪਊਗਾ, ਜਿਹੜਾ ਨਿੱਜੀ ਖੇਤਰ ਹੈ ਉਹਦੇ ਨੱਥ ਪਾਉਣੀ ਪਊਗੀ। ਉਹਦੇ ਨਾਲ ਅਸੀਂ ਲੋਕ ਪੱਖੀ, ਕੁਦਰਤ ਪੱਖੀ ਵਿਕਾਸ ਮਾਡਲ ਅਪਣਾ ਕੇ ਸੁਖੀ ਰਹਿ ਸਕਦੇ ਹਾਂ, ਤਾਂ ਕਿ ਲੋਕ ਜਿਹੜੇ ਵਰਕਿੰਗ ਕਲਾਸ ਹੈ ਇਹ ਉਹਦੀਆਂ ਮੁੱਢਲੀਆਂ ਸੱਤ ਲੋੜਾਂ ਕਾਰਜੋਗ ਢੰਗ ਨਾਲ ਪੂਰੀਆਂ ਹੋ ਸਕਣ। ਜੀ ਜੀ ਜੀ, ਬਹੁਤ ਬਹੁਤ ਸ਼ੁਕਰੀਆ ਡਾਕਟਰ ਗਿਆਨ ਸਿੰਘ ਜੀ। ਤੇ ਸਾਡੇ ਵੱਲੋਂ, ਸਾਡੇ ਚੈਨਲ ਦੇ ਵੱਲੋਂ ਤੇ ਸਾਡੀ ਸਾਰੀ ਟੀਮ ਵੱਲੋਂ ਅਸੀਂ ਬਹੁਤ ਬਹੁਤ ਤੁਹਾਡੇ ਧੰਨਵਾਦੀ ਹਾਂ ਜੀ। ਤੁਸੀਂ ਇੰਨਾ ਸਾਰਾ ਸਮਾਂ ਖੁੱਲ੍ਹ ਕੇ ਸਾਨੂੰ ਦਿੱਤਾ ਤੇ ਇਸ ਵਿਸ਼ੇ ਤੇ ਪੂਰੀ ਜਿਹੜਾ ਚਾਨਣਾ ਪਾਇਆ ਜੀ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਸੋ ਡਾਕਟਰ ਗਿਆਨ ਸਿੰਘ ਜੀ ਹੋਰਾਂ ਨੂੰ ਤੁਸੀਂ ਸੁਣਿਆ ਦਰਸ਼ਕੋ, ਤੇ ਜਿਸ ਤਰੀਕੇ ਦੇ ਨਾਲ ਡਾਕਟਰ ਸਾਹਿਬ ਗੱਲਾਂ ਕਰਦੇ ਤੇ ਇੱਕ ਇੱਕ ਗੱਲ ਦੇ ਵਿੱਚ ਪੂਰਾ ਵਜਨ ਹੁੰਦਾ, ਤੇ ਬਹੁਤ ਸਾਰੀਆਂ ਗੱਲਾਂ ਜੇਕਰ ਇਹਨਾਂ ਦੀਆਂ ਸਰਕਾਰਾਂ ਵੀ ਸਮਝ ਲੈਣ ਤਾਂ ਕੁਝ ਸਾਡਾ ਜਿਹੜਾ ਉਹ ਸੂਬੇ ਦਾ ਵੀ ਭਲਾ ਹੋ ਜਾਏਗਾ ਤੇ ਦੇਸ਼ ਦਾ ਵੀ ਭਲਾ ਹੋ ਜਾਏਗਾ। ਹਾਲਾਂਕਿ ਇਹ ਗੱਲ ਹੋਰ ਹੈ ਕਿ ਸਰਕਾਰਾਂ ਨੇ ਕਰਨੀ ਤੇ ਆਪਣੀ ਮਨਮਰਜ਼ੀ ਹੁੰਦੀ ਹੈ, ਤੇ ਫਿਰ ਜਦੋਂ ਇੰਨਾ ਵੱਡਾ ਸੰਕਟ ਆ ਜਾਂਦਾ ਤੇ ਫਿਰ ਸਰਕਾਰਾਂ ਆਪਣੀ ਜ਼ਿੰਮੇਵਾਰੀ ਲੈਣ ਦੀ ਬਜਾਏ ਉਹ ਵੀ ਜਿਹੜਾ ਠੀਕਰਾ ਉਹ ਵਿਚਾਰੇ ਰੱਬ ਦੇ ਉੱਤੇ ਸਿਰ ਤੇ ਭੰਨ ਦਿੰਦੇ ਆ, ਕਿ ਜਿਸ ਤਰੀਕੇ ਨਾਲ ਹੁਣ ਵਿੱਤ ਮੰਤਰੀ ਨੇ ਕਹਿਤਾ ਕਿ ਇਹ ਤਾਂ ਜੀ ਐਕਟ ਆਫ ਗੋਡ ਆ, ਤੇ ਅੱਗੇ ਵੀ ਜੇ ਕੁਝ ਹੋਊਗਾ ਫਿਰ ਕਹਿ ਦੇਣਗੇ ਜੀ ਕਿ ਇਹ ਤਾਂ ਪਰਮਾਤਮਾ ਦੀ ਮਰਜ਼ੀ ਦੇ ਨਾਲ ਹੋਇਆ ਜੀ, ਇਹ ਬੰਦੇ ਦੇ ਵੱਸ ਦੀ ਗੱਲ ਤਾਂ ਕੁਛ ਨਹੀਂ ਹੈਗੀ ਆ। ਲੇਕਿਨ ਸਬਕ ਲੈਣਾ ਚਾਹੀਦਾ ਗਵਾਂਢੀ ਦੇਸ਼ ਤੋਂ, ਚੀਨ ਦੇ ਨਾਲ। ਚੀਨ ਦੇ ਵਿੱਚ ਸਾਡਾ ਭਾਰਤੀ ਮੀਡੀਆ ਜਿਸ ਤਰ੍ਹਾਂ ਦੇ ਨਾਲ ਹੁਣ ਅਸੀਂ ਗੱਲਬਾਤ ਕਰ ਰਹੇ ਹਾਂ, ਜਿਸ ਅਸੀਂ ਗੋਦੀ ਮੀਡੀਆ ਦੀ ਗੱਲਬਾਤ ਕਰਦੇ ਹਾਂ ਲਗਾਤਾਰ, ਉਹਦੇ ਵਿੱਚ ਇਹੀ ਹੈ, ਚੀਨ ਕੋ ਸਬਕ ਸਿਖਾ ਦੇਂਗੇ ਜੀ, ਚੀਨ ਨੂੰ ਇਹ ਕਰ ਦਾਂਗੇ, ਫਲਾਣਾ ਕਰ ਦਾਂਗੇ। ਤੇ ਘੱਟੋ ਘੱਟ ਚੀਨ ਤੋਂ ਕੋਈ, ਜੇਕਰ ਤੁਸੀਂ ਹੋਰ ਗੱਲਾਂ ਨਹੀਂ ਕਰ ਸਕਦੇ, ਕੋਈ ਚੱਜ ਦੀ ਗੱਲ ਚੀਨ ਤੋਂ ਹੀ ਸਿੱਖ ਲਓ। ਚੀਨ ਨੂੰ ਇਹ ਦੇਖ ਲਓ ਕਿ ਬਾਕੀ ਸਾਰੀ ਦੁਨੀਆ ਦੀ GDP ਥੱਲੇ ਨੂੰ ਗਈ ਆ ਕਰੋਨਾ ਕਾਲ ਦੇ ਵਿੱਚ, ਤੇ ਚੀਨ ਦੀ 12% ਤੋਂ ਉੱਪਰ ਚਲੀ ਗਈ ਆ। ਤੇ ਘੱਟੋ ਘੱਟ ਇੰਨਾ ਕੁ ਤਾਂ ਅਕਲ ਹੋਣੀ ਚਾਹੀਦੀ ਹੈ ਕਿ ਚਲੋ ਜੇ ਆਪਣਾ ਘਰ ਠੀਕ ਠਾਕ ਤਰੀਕੇ ਨਾਲ ਅਸੀਂ ਨਹੀਂ ਚਲਾ ਸਕਦੇ ਤੇ ਗਵਾਂਢੀ ਕਿਵੇਂ ਤਰੱਕੀ ਕਰ ਰਿਹਾ, ਘੱਟੋ ਘੱਟ ਉਹੀ ਦੇਖ ਲਈਏ। ਬੰਦਾ ਫਾਰਮੂਲਾ ਹੀ ਦੇਖ ਲੈਂਦਾ ਕਿ ਕਿਸ ਤਰੀਕੇ ਦੇ ਨਾਲ ਚੱਲ ਰਿਹਾ ਕੰਮਕਾਰ। ਖੈਰ, ਸਰਕਾਰਾਂ ਦੀਆਂ ਮਨਮਰਜ਼ੀਆਂ ਜੀ, ਕਿ ਜਦੋਂ ਲੋਕ ਇੰਨੀ ਵੱਡੀ ਬਹੁਮਤ ਦੇ ਨਾਲ ਕਿਸੇ ਸਰਕਾਰ ਨੂੰ ਬਣਾਉਂਦੇ ਆ ਤੇ ਫਿਰ ਉਹ ਸਰਕਾਰਾਂ ਨੇ ਆਪਣੀ ਮਨਮਰਜ਼ੀ ਹੀ ਕਰਨੀ ਆ। ਸੋ ਵੱਧਦੇ ਆ ਜੀ ਅੱਗੇ, ਗੱਲਬਾਤ ਕਰ ਲੈਂਦੇ ਆ 29 ਸਾਲ ਪਹਿਲਾਂ ਹੋਏ ਸਿਟਕੋ ਦੇ ਸਹਾਇਕ ਇੰਜੀਨੀਅਰ ਬਲਵੰਤ ਸਿੰਘ ਮੁਲਤਾਨੀ ਦੇ ਅਗਵਾ ਤੇ ਉਹਨਾਂ ਦੇ ਬਾਅਦ ਵਿੱਚ ਗੁੰਮਸ਼ੁਦਗੀ ਤੇ ਫਿਰ ਕਾਤਲ ਮਾਮਲੇ ਦੀ। ਲਗਾਤਾਰ ਇਹ ਮਾਮਲਾ ਚੱਲ ਰਿਹਾ। ਸਾਬਕਾ DGP ਸੁਮੇਧ ਸਿੰਘ ਸੈਣੀ ਹੁਣ ਤੱਕ ਅਦਾਲਤ ਤੋਂ ਰਾਹਤ ਲੈਂਦੇ ਆ ਰਹੇ ਸੀ, ਪਰ ਹੁਣ ਅਦਾਲਤ ਨੇ ਵੀ ਮਨਾ ਕਰ ਦਿੱਤਾ। ਅਦਾਲਤ ਨੇ ਵੀ ਬਸ ਕਰ ਦਿੱਤੀ ਹੈ ਕਿ ਹੁਣ ਅਸੀਂ ਤੁਹਾਨੂੰ ਹੋਰ ਰਿਆਇਤ ਹੋਰ ਨਹੀਂ ਦੇ ਸਕਦੇ, ਤੇ ਇਸੇ ਕਰਕੇ ਹੁਣ ਜਿਹੜੇ ਜੱਜ ਸਾਹਿਬ ਇਸ ਕੇਸ ਦੀ ਸੁਣਵਾਈ ਕਰ ਰਹੇ ਸੀ ਉਹਨਾਂ ਨੇ ਵੀ ਪਾਸਾ ਵੱਟ ਲਿਆ। ਉਹਨਾਂ ਨੇ ਵੀ ਮੁੱਖ ਜੱਜ ਤੇ ਗੱਲਬਾਤ ਛੱਡ ਦਿੱਤੀ ਹੈ ਤੇ ਕਿ ਜੀ ਤੁਸੀਂ ਡਿਸਾਈਡ ਕਰੋ ਹੁਣ ਇਹ ਕੇਸ ਕਿਹੜੇ ਜੱਜ ਨੇ ਅੱਗੇ ਤੋਰਨਾ। ਤੇ ਇਸ ਕਰਕੇ ਹੁਣ ਜਦੋਂ ਅਗਾਊ ਜ਼ਮਾਨਤ ਸੁਮੇਧ ਸਿੰਘ ਸੈਣੀ ਨੂੰ ਨਹੀਂ ਮਿਲੀ ਤੇ ਫਿਰ ਸੈਣੀ ਸਾਹਿਬ ਗਾਇਬ ਹੋ ਜਾਂਦੇ ਆ। ਜਿਹੜੀ ਸਰਕਾਰੀ ਸੁਰੱਖਿਆ ਸਰਕਾਰ ਵੱਲੋਂ ਉਹਨਾਂ ਨੂੰ ਦਿੱਤੀ ਗਈ ਸੀ ਤੇ ਉਹ ਉਹਨਾਂ ਦੇ ਘਰੇ ਖੜੀ ਰਹਿ ਜਾਂਦੀ ਹੈ ਤੇ ਸੈਣੀ ਸਾਹਿਬ ਗਾਇਬ ਹੋ ਜਾਂਦੇ ਨੇ। ਸੋ ਇਸ ਮਾਮਲੇ ਤੇ ਅਸੀਂ ਗੱਲਬਾਤ ਕਰਾਂਗੇ ਜੀ ਸਾਡੇ ਸੀਨੀਅਰ ਸਹਿਯੋਗੀ ਚੰਡੀਗੜ੍ਹ ਤੋਂ ਜੀ ਬਿੰਦੂ ਸਿੰਘ ਜੀ। ਬਿੰਦੂ ਸਿੰਘ ਜੀ, ਸਵਾਗਤ ਹੈ ਜੀ ਬਹੁਤ ਬਹੁਤ ਤੁਹਾਡਾ। ਧੰਨਵਾਦ ਰਾਓ। ਬਿੰਦੂ ਜੀ, ਇਸ ਪੂਰੇ ਮਾਮਲੇ ਤੇ ਅੱਜ ਤੁਸੀਂ ਦਿਨ ਭਰ ਸਾਰਾ ਭੱਜ ਨੱਠ ਕੀਤੀ ਹੈ, ਰਿਪੋਰਟਿੰਗ ਕੀਤੀ ਹੈਗੀ ਆ, ਕੀ ਨਿਕਲ ਕੇ ਸਾਹਮਣੇ ਆਇਆ? ਕੀ ਹੁਣ SIT ਦੇ ਹੱਥ ਨੇ ਜਿਹੜੇ ਉਹ ਸੈਣੀ ਦੇ ਵੱਲ ਵੱਧ ਰਹੇ ਨੇ? ਤੁਹਾਨੂੰ ਕੀ ਲੱਗਦਾ? ਦੇਖੋ ਰਾਓ, ਇਹਦੇ ਵਿੱਚ ਜਿਹੜੀ ਬਹੁਤ ਜ਼ਿਆਦਾ ਪੇਚੀਦਾ ਜਿਹਾ ਇੱਕ ਮਾਮਲਾ ਹੈਗਾ, ਤੁਹਾਨੂੰ ਪਤਾ ਹੀ ਹੈ ਕਿ ਇਹ ਬਹੁਤ ਪੁਰਾਣਾ ਹੈ। ਜਿਸ ਤਰੀਕੇ ਨਾਲ ਆਪਾਂ ਗੱਲ ਕਰਦੇ ਹਾਂ, ਇਹ ਕੋਈ ਤਕਰੀਬਨ 3 ਦਹਾਕੇ ਪੁਰਾਣਾ ਮਾਮਲਾ ਹੈਗਾ, ਜਿਹੜਾ ਦੁਬਾਰਾ ਤੋਂ ਇੱਕ ਵਾਰੀ ਜਿਹੜਾ ਹੈ ਉਹ ਕਾਨੂੰਨ ਦੇ ਸਾਹਮਣੇ ਇੱਕ ਵਾਰੀ ਫਿਰ ਇੱਕ ਰੱਖਿਆ ਗਿਆ ਹੈਗਾ। ਖਾਸ ਕਰਕੇ ਕੋਰਟ ਦੇ ਵਿੱਚ ਇਹ ਮਾਮਲਾ ਆਇਆ ਕਿਉਂਕਿ ਇਹ ਸਬਜੂਡਿਸ ਮੈਟਰ ਹੈਗਾ ਇਸ ਟਾਈਮ ਤੇ, ਕਿਉਂਕਿ ਇਸ ਕਰਕੇ ਇਹਦਾ ਜਿਹੜਾ ਮੇਨ ਜੇ ਆਪਾਂ ਇਹਦੀ ਕੌਨਸੈਂਟਰੇਸ਼ਨ ਜਾਂ ਫੋਕਸ ਦੇਖੀਏ ਉਹ ਕੋਰਟ ਵੱਲ ਜ਼ਿਆਦਾ ਰਹਿ ਰਿਹਾ ਜੀ। ਹੁਣ ਕੋਰਟ ਕਿਸ ਤਰੀਕੇ ਦੇ ਨਾਲ ਅੱਗੇ ਵੱਧਦੀ ਹੈ ਉਸ ਤੇ ਸਾਰਾ ਡਿਪੈਂਡ ਕਰਦਾ ਹੈ, ਕਿਉਂਕਿ ਪਿਛਲੇ 2 ਦਿਨ ਪਹਿਲੇ ਜਿਹੜੀ ਸੀਗੀ ਉਹ ਮੋਹਾਲੀ ਤੋਂ ਜਿਹੜੀ ਇੱਕ ਐਂਟੀਸਪੇਟਰੀ ਬੇਲ ਰਿਜੈਕਟ ਹੋਈ ਸੀਗੀ, ਲੋਅਰ ਕੋਰਟ ਨੇ ਜਿਹੜੀ ਰਿਜੈਕਟ ਕੀਤੀ ਸੀ ਅਗਾਊਂ ਜ਼ਮਾਨਤ, ਉਹਦੇ ਤੇ ਅੱਜ ਸੁਣਵਾਈ ਸੀਗੀ। ਪਰ 2 ਦਿਨ ਪਹਿਲੇ ਜਿਹੜਾ ਸੀਗਾ ਲੱਗਿਆ ਉਹ DGP ਸੈਣੀ ਜਿਹੜੇ ਸਾਬਕਾ DGP ਨੇ ਉਹਨਾਂ ਵੱਲੋਂ ਇੱਕ ਅਰਜ਼ੀ ਪਾਈ ਗਈ ਸੀ ਕਿ ਮੇਰਾ ਜਿਹੜਾ ਮਾਮਲਾ ਹੈਗਾ ਇਹਨੂੰ ਦੂਸਰੀ
ਕੇਸ ਨੂੰ ਦੂਸਰੇ ਜੱਜ ਕੋਲ ਜਾਂ ਫਿਰ ਦੂਸਰੇ ਸੂਬੇ ਦੇ ਵਿੱਚ ਜਿਹੜਾ ਟ੍ਰਾਂਸਫਰ ਕੀਤਾ ਜਾਏ। ਪਹਿਲੇ ਤਾਂ ਉਸ ਤੇ ਜਿਹੜਾ ਹੈਗਾ ਬੈਂਚ ਜਿਹੜਾ ਸੀਗਾ 2 ਦਿਨ ਪਹਿਲੇ ਬੀਤੇ 2 ਦਿਨਾਂ ਪਹਿਲੇ ਜਿਹੜਾ ਸੀਗਾ ਉਹ ਉਹਨਾਂ ਨੇ ਸੁਣਨ ਤੋਂ ਉਹਨੂੰ ਇਨਕਾਰ ਕਰ ਦਿੱਤਾ ਔਰ ਉਹਨਾਂ ਨੇ ਉਹ ਮਾਮਲਾ ਚੀਫ ਜਸਟਿਸ ਕੋਲ ਭੇਜਤਾ। ਪਰ ਅੱਜ ਇੱਕ ਵੱਖ ਚੀਜ਼ ਹੈ, ਅੱਜ ਜਿਹੜੀ ਉਹਨਾਂ ਨੇ 2 ਦਿਨ ਪਹਿਲੇ ਅਗਾਊਂ ਜ਼ਮਾਨਤ ਪਾਈ ਸੀਗੀ ਉਸ ਤੇ ਅੱਜ ਸੁਣਵਾਈ ਸੀਗੀ ਤੇ ਉਹ ਜਿਹੜੀ ਅਗਾਊਂ ਜ਼ਮਾਨਤ ਸੀ ਉਹਨੂੰ ਵੀ ਅੱਜ ਜਿਹੜਾ ਉਹਨਾਂ ਨੇ ਜੋ ਦੇ ਤਿਉਂ ਹੀ ਰੱਖ ਦਿੱਤਾ। ਉਸ ਤੇ ਕੋਈ ਆਪਣਾ ਮਤਲਬ ਕਿ ਕਿਸੇ ਤਰੀਕੇ ਦਾ ਉਹਨਾਂ ਨੇ ਇੰਟਰਸਟ ਨਾ ਦਿਖਾਉਂਦੇ ਹੋਏ ਕਹਿ ਸਕਦੇ ਹਾਂ ਆਪਾਂ, ਉਹਨਾਂ ਨੇ ਇੱਕ ਵਾਰ ਫੇਰ ਜਿਹੜਾ ਹੈ ਜੇ ਪੰਜਾਬ ਐਂਡ ਹਰਿਆਣਾ ਜਿਹੜਾ ਹਾਈ ਕੋਰਟ ਹੈਗਾ ਉਹਨਾਂ ਦੇ ਚੀਫ ਜਸਟਿਸ ਦੇ ਕੋਲ ਇਹ ਮਾਮਲਾ ਕੱਲ ਦਿੱਤਾ ਹੈ ਤੇ ਵਕੀਲਾਂ ਦੇ ਅਨੁਸਾਰ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ 2 ਮੰਡੇ ਨੂੰ ਜਾਂ ਫਿਰ ਸੋਮਵਾਰ ਜਾਂ ਮੰਗਲਵਾਰ ਇਹ ਦੁਬਾਰਾ ਲਿਸਟ ਹੋਏਗਾ। ਉਸ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਆਈ ਹੈ ਕਿਉਂਕਿ ਅੱਜ ਜਿਹੜੇ ਮੁਲਤਾਨੀ ਕੇਸ ਨੂੰ ਦੇਖ ਰਹੇ ਨੇ ਬਹੁਤ ਹੀ ਬੇਬਾਕ ਵਕੀਲ ਪ੍ਰਦੀਪ ਵਿਰਕ, ਉਹਨਾਂ ਨਾਲ ਮੇਰੀ ਬਹੁਤ ਡਿਟੇਲ ਗੱਲ ਹੋਈ ਹੈ ਤੇ ਉਹਦੇ ਵਿੱਚ ਇਹੀ ਗੱਲ ਉਹਨਾਂ ਨੇ ਬਾਰ-ਬਾਰ ਕਹੀ ਹੈਗੀ ਹੈ ਕਿ ਐਨਫ ਟਾਈਮ ਜਿਹੜਾ ਹੈਗਾ ਉਹ ਮਿਲਿਆ ਹੈਗਾ SIT ਨੂੰ ਤੇ ਉਹਨਾਂ ਨੂੰ ਜ਼ਰੂਰ ਵਾਰੰਟ ਲੈਣੇ ਚਾਹੀਦੇ ਹੈਗੇ। ਬਣਦਾ ਤਾਂ ਇਹੀ ਹੈ ਜਦੋਂ ਕਿਉਂਕਿ ਕੋਈ ਵੀ ਕਿਸੇ ਤਰੀਕੇ ਦਾ ਕੋਰਟ ਜਿਹੜਾ ਉਸ ਤੇ ਕੋਈ ਅੱਛਾ ਹਾਲੇ ਵੀ ਵਾਰੰਟ ਦੀ ਜ਼ਰੂਰਤ ਪਏਗੀ ਜੀ ਪੁਲਿਸ ਨੂੰ ਗ੍ਰਿਫਤਾਰ ਕਰਨ ਦੇ ਲਈ? ਐਗਜ਼ੈਕਟਲੀ ਨਹੀਂ ਹੈਗੀ ਕਿਉਂਕਿ ਉਹ ਆਲਰੇਡੀ 302 ਦਾ ਹੈਗਾ, ਕੋਈ ਕਿਸੇ ਦਾ ਹੈ ਨਹੀਂ ਤੇ ਉਹਨਾਂ ਦਾ ਇੱਕ ਉਹਨਾਂ ਨੇ ਮਤਲਬ ਕਿ ਜ਼ਰੂਰ ਉਹਨਾਂ ਨੇ ਮਤਲਬ ਗ੍ਰਿਫਤਾਰੀ ਵੱਲ ਜਿਹੜੇ ਕਦਮ ਜਿਹੜੇ ਇਨਵੈਸਟੀਗੇਟਿਵ ਏਜੰਸੀ ਜਿਹੜੀ ਉਹਦੇ ਵਧਣੇ ਚਾਹੀਦੇ। ਬਟ ਇਹ ਹਜੇ ਉਹਨਾਂ ਨੇ ਕਿਉਂਕਿ ਇਨਵੈਸਟੀਗੇਟਿਵ ਏਜੰਸੀ SIT ਨੇ ਬੀਤੇ ਦਿਨ ਇਹ ਗੱਲ ਸਾਹਮਣੇ ਆਈ ਹੈ ਵੀ ਉਹਨਾਂ ਨੇ ਕਿਹਾ ਕਿ ਅਸੀਂ ਟੀਮਾਂ ਬਣਾਈਆਂ ਨੇ ਤੇ ਟੀਮਾਂ ਬਣਾ ਕੇ ਅਸੀਂ ਤੋਰੀਆਂ ਵੀ ਨੇ ਤੇ ਹੁਣ ਦੇਖਣਾ ਇਹ ਹੋਏਗਾ ਕਿ SIT ਇਹਦੇ ਵਿੱਚ ਕਿਸ ਤਰੀਕੇ ਦੇ ਨਾਲ ਅੱਗੇ ਆਪਣਾ ਰੁਖ ਲੈਂਦੀ ਹੈ। ਜੀ ਇੱਕ ਗੱਲਬਾਤ ਇਹ ਵੀ ਸਾਹਮਣੇ ਆ ਰਹੀ ਹੈ ਜੀ ਕਿ ਸੈਣੀ ਸਾਹਿਬ ਦੇ ਜਿਹੜੇ ਵਾਈਫ ਨੇ ਉਹ ਵੀ ਕੁਝ ਸੁਰੱਖਿਆ ਨੂੰ ਲੈ ਕੇ ਕੁਝ ਡਿਮਾਂਡ ਕਰ ਰਹੇ ਨੇ, ਇਸ ਦੇ ਬਾਰੇ ਵੀ ਜੇਕਰ ਕੁਝ ਚਾਨਣਾ ਪਾ ਸਕੋ। ਹਾਂਜੀ, ਕੱਲ ਇਹ ਗੱਲ ਆਈ ਸੀਗੀ ਕਿ ਜਿਹੜੇ ਸਾਬਕਾ DGP ਸੈਣੀ ਨੇ ਉਹਨਾਂ ਦੀ ਵਾਈਫ ਨੇ ਇੱਕ ਗੱਲ DGP ਜਿਹੜੇ ਹੁਣ ਦੇ ਮੁਖੀ ਨੇ ਦਿਨਕਰ ਗੁਪਤਾ ਉਹਨਾਂ ਨੂੰ ਇੱਕ ਚਿੱਠੀ ਲਿਖ ਕੇ ਕਿਹਾ ਕਿ ਜਿਹੜੀ ਸਾਡੀ ਸੁਰੱਖਿਆ ਹੈ ਉਹ ਵਾਪਸ ਲਿੱਤੀ ਗਈ ਹੈ, ਖਾਸ ਕਰਕੇ ਕਿਉਂਕਿ ਆਲਰੇਡੀ ਉਹਨਾਂ ਨੂੰ Z+ ਜਿਹੜੀ ਹੈ ਉਹ ਸਿਕਿਉਰਿਟੀ ਮਿਲੀ ਹੋਈ ਹੈ। ਪਰ ਉਹਦਾ ਜਿਹੜਾ ਉਸ ਗੱਲ ਨੂੰ ਸਾਫ਼ ਕਰਦੇ ਹੋਏ ਅੱਜ ਜਿਹੜੇ SIT ਦੇ ਜਿਹੜੇ ਸਪੋਕਸਪਰਸਨ ਨੇ ਉਹਨਾਂ ਦੇ ਜਿਹੜੇ ਬੁਲਾਰੇ ਨੇ ਉਹਨਾਂ ਨੇ ਇੱਕ ਪ੍ਰੈਸ ਨੋਟ ਜਾਰੀ ਕਰਕੇ ਮਤਲਬ ਕਿ ਸਰਕਾਰ ਨੇ ਇੱਕ ਪ੍ਰੈਸ ਨੋਟ ਜਾਰੀ ਕਰਕੇ ਇਹ ਗੱਲ ਸਾਫ਼ ਕੀਤੀ ਹੈ ਕਿ ਜਾਂ ਪੁਲਿਸ ਵਿਭਾਗ ਨੇ ਆਪਾਂ ਕਹਿ ਸਕਦੇ ਹਾਂ ਡਿਪਾਰਟਮੈਂਟ ਨੇ ਉਹਨਾਂ ਨੇ ਸਾਫ਼ ਗੱਲ ਕਹੀ ਹੈ ਕਿ ਉਹਨਾਂ ਤੋਂ ਕਿਸੇ ਵੀ ਤਰੀਕੇ ਦੀ ਬਿਲਕੁਲ ਚਿੱਠੀ ਜਿਹੜੀ ਹੈ ਉਹ DGP ਨੂੰ ਆਈ ਹੈਗੀ ਦਿਨਕਰ ਗੁਪਤਾ ਨੂੰ, ਬਟ ਉਹ ਕੋਈ ਵੀ Z+ ਸਿਕਿਉਰਿਟੀ ਉਹਨਾਂ ਦੀ ਬਿਲਕੁਲ ਵਾਪਸ ਨਹੀਂ ਲਈ ਗਈ ਹੈ। ਉਹਨਾਂ ਦੀਆਂ ਵੈਨਸ ਜਿਹੜੀਆਂ ਨੇ ਖਾਸ ਕਰਕੇ ਬਾਕਸਿਸ ਜਿਹੜੇ ਲੱਗੇ ਹੋਏ ਨੇ ਜਾਂ ਫਿਰ ਜਿਹੜੀ ਗੱਡੀਆਂ ਨੇ ਉਹ ਸਾਰੀਆਂ ਮੁਸਤੈਦੀ ਨਾਲ ਉੱਥੇ ਹੀ ਖੜੀਆਂ ਨੇ ਤੇ ਉਹਨਾਂ ਨੇ ਇਹ ਵੀ ਬਿਲਕੁਲ ਉਸ ਦੇ ਵਿੱਚ ਪ੍ਰੈਸ ਨੋਟ ਦੇ ਵਿੱਚ ਇਹ ਗੱਲ ਕਹੀ ਹੈਗੀ ਹੈ ਕਿ ਉਸ ਸਾਰੀ ਦੀ ਸਾਰੀ Z+ ਸਿਕਿਉਰਿਟੀ ਨੂੰ ਛੱਡ ਕੇ ਸੈਣੀ ਖੁਦ ਉੱਥੋਂ ਗਏ ਨੇ ਤੇ ਜਿਹੜੇ ਪੂਰੀ ਸਿਕਿਉਰਿਟੀ ਹੈਗੀ ਉੱਥੇ ਖੜੀ ਉਹਨਾਂ ਦੇ ਵਾਪਸ ਆਉਣ ਦਾ ਇੰਤਜ਼ਾਰ ਕਰ ਰਹੀ ਹੈ। ਇਹ ਪ੍ਰੈਸ ਨੋਟ ਜਾਰੀ ਕਰਕੇ ਸਰਕਾਰੀ ਪ੍ਰੈਸ ਨੋਟ ਨੇ ਆਪਣੀ ਇਸ ਤਰ੍ਹਾਂ ਦੀ ਸਫਾਈ ਦਿੱਤੀ ਹੈ ਤੇ ਉਹਨਾਂ ਨੇ ਬਿਲਕੁਲ ਕਿਨਾਰੇ ਤੋਂ ਮਤਲਬ ਸਿਰੇ ਤੋਂ ਹੀ ਰੱਦ ਕੀਤੀ ਹੈ ਇਸ ਗੱਲ ਨੂੰ ਕਿ ਉਹਨਾਂ ਦੀ ਕਿਸੇ ਵੀ ਤਰੀਕੇ ਦੀ ਸਿਕਿਉਰਿਟੀ ਜਿਹੜੀ ਉਹ ਵਾਪਸ ਦਿੱਤੀ ਗਈ, ਕੋਈ ਵੀ ਦਸਤਾ ਵਾਪਸ। ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਇਸ ਮਾਮਲੇ ਤੇ ਜਿਹੜੀ ਅਗਾਊਂ ਜ਼ਮਾਨਤ ਵਾਲੀ ਤੁਸੀਂ ਕਹਿ ਰਹੇ ਹੋ ਕੋਈ ਸੁਣਵਾਈ ਹੋ ਸਕਦੀ ਹੈ? ਦੇਖੋ ਜਿਹੜਾ ਅੱਜ ਵਕੀਲ ਸਾਹਿਬ ਨੇ ਵਿਰਕ ਨੇ ਜਿਹੜੇ ਉਹਨਾਂ ਦੇ ਪ੍ਰਦੀਪ ਵਿਰਕ ਉਹਨਾਂ ਨੇ ਜੋ ਗੱਲਬਾਤ ਕਹੀ ਹੈ ਡੈਫੀਨੇਟਲੀ ਲਿਸਟਿੰਗ ਚ ਤਾਂ ਆਏਗਾ। ਐਂਟੀਸਿਪੇਟਰੀ ਬੇਲ ਜਿਹੜੀ ਹੈਗੀ ਹੈ ਅਗਾਊਂ ਜ਼ਮਾਨਤ ਹੈਗੀ ਹੈ ਉਹ ਸੋਮ ਜਾਂ ਮੰਗਲਵਾਰ ਲਿਸਟ ਤਾਂ ਹੋਏਗੀ। ਉਸ ਤੇ ਜਿਹੜਾ ਹੈਗਾ ਕੋਰਟ ਕਿਸ ਤਰੀਕੇ ਦਾ ਅੱਗੇ ਲੈਂਦੀ ਹੈ ਰੁਖ ਕੀ ਹੁੰਦਾ ਹੈ ਇਹ ਤਾਂ ਕੋਰਟ ਹੀ ਜਾਂ ਫਿਰ ਕਿਸ ਬੈਂਚ ਕੋਲ ਜਾਂਦੀ ਹੈ ਕਿਉਂਕਿ ਹੁਣ ਇਹ ਚੀਫ ਜਸਟਿਸ ਜਿਹੜੇ ਨੇ ਉਹਨਾਂ ਦੇ ਪਾਲੇ ਚਲੇ ਗਈ ਹੈ, ਉਹਨਾਂ ਕੋਲ ਆ ਗਈ ਹੈ, ਉਹਨਾਂ ਨੇ ਇੱਕ ਨਵਾਂ ਬੈਂਚ ਨੂੰ ਲਿਸਟ ਕਰਨੀ ਹੈਗੀ ਹੈ। ਹੁਣ ਕਿਹਦੇ ਕੋਲ ਜਾਂਦੀ ਹੈ ਉਹ ਦੇਖਣ ਵਾਲੀ ਗੱਲ ਹੋਏਗੀ। ਪਰ ਜਿਹੜੀ ਅੱਜ ਮੇਨ ਗੱਲ ਸਾਹਮਣੇ ਆਈ ਹੈ ਪ੍ਰਦੀਪ ਵਿਰਕ ਨੇ ਇਹ ਜ਼ਰੂਰ ਕਿਹਾ ਕਿ ਮੈਂ ਇਸ ਦੇ ਲਈ ਕੋਰਟ ਨੂੰ ਇਹ ਜ਼ਰੂਰ ਇੱਕ ਰਿਕੁਐਸਟ ਕਰਾਂਗਾ ਕਿ ਉਹ ਇਸ ਮਾਮਲੇ ਦੀ ਇੱਕ ਨਿਸ਼ਚਿਤ ਟਾਈਮ ਦੇ ਵਿੱਚ 6 ਮਹੀਨੇ 1 ਸਾਲ ਉਹਦੇ ਵਿੱਚ ਇਹਨੂੰ ਨਿਬੇੜਾ ਜ਼ਰੂਰ ਕਰਨ ਕਿਉਂਕਿ ਇਹ ਬਹੁਤ ਪਹਿਲੇ ਤੋਂ ਲਟਕਦਾ ਹੋਇਆ ਕੇਸ ਹੈ ਤੇ ਇਹਦੇ ਜ਼ਿਆਦਾਤਰ ਜਿਹੜੀਆਂ ਚੀਜ਼ਾਂ ਨੇ ਖਾਸ ਕਰਕੇ ਹੁਣ ਜਿਹੜੇ ਵਾਅਦਾ ਖਿਲਾਫ ਜੋ ਜਿਹੜੇ ਮਾਫ ਕਰਨਾ ਜੀ ਵਾਅਦਾ ਮਾਫ ਜਿਹੜੇ 2 ਗਵਾਹ ਆਏ ਨੇ ਜਿਨ੍ਹਾਂ ਨੂੰ ਆਪਾਂ ਅਪਰੂਵਲਸ ਕਹਿੰਦੇ ਆ ਉਹ ਜਿਹੜੇ ਆਏ ਨੇ ਉਹਨਾਂ ਅਪਰੂਵਲਸ ਦੇ ਜਿਹੜੀਆਂ ਆਪਣੇ ਬਿਆਨ ਦਰਜ ਕਰਵਾਏ ਨੇ ਵਕੀਲ ਸਾਹਿਬ ਦਾ ਕਹਿਣਾ ਵੀ ਉਹ ਔਨ ਰਿਕਾਰਡ ਜਿਹੜਾ ਇੰਨੇ ਕੁ ਕਾਫੀ
ਖੁੱਲ ਕੇ ਜਿਹੜੀਆਂ ਗੱਲਾਂ ਨੇ ਉਹ ਉਹਨਾਂ ਨੇ ਕਹੀਆਂ ਨੇ, ਔਰ ਕਾਫੀ ਕੁਝ ਜਿਹੜਾ ਹੈਗਾ ਕੇਸ ਨੂੰ ਲੈ ਕੇ ਐਸਟੈਬਲਿਸ਼ ਹੁੰਦਾ ਹੈ। ਇਸ ਕਰਕੇ ਜਿਹੜਾ ਉਹਨੂੰ ਕਿਹਾ ਜਾਏਗਾ, ਕੋਰਟ ਦੇ ਅੱਗੇ ਰਿਕੁਐਸਟ ਕੀਤੀ ਜਾਏਗੀ, ਪ੍ਰੇਅਰ ਕੀਤੀ ਜਾਏਗੀ ਕਿ ਇਹਨੂੰ ਜਲਦੀ ਤੋਂ ਜਲਦੀ ਇਸ ਮਾਮਲੇ ਨੂੰ ਜਿਹੜਾ ਉਹ ਪੂਰਾ ਕੀਤਾ ਜਾਵੇ। ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ ਤੁਹਾਡਾ ਬਿੰਦੂ ਸਿੰਘ ਜੀ। ਸੋ ਸਾਡੇ ਨਾਲ ਜੁੜੇ ਸੀ ਸਾਡੇ ਸੀਨੀਅਰ ਸਹਿਯੋਗੀ ਬਿੰਦੂ ਸਿੰਘ ਚੰਡੀਗੜ੍ਹ ਤੋਂ, ਸਾਨੂੰ ਜਾਣਕਾਰੀ ਦੇ ਕੇ ਗਏ ਨੇ ਸੁਮੇਰ ਸਿੰਘ ਸੈਣੀ ਤੇ ਬਲਵੰਤ ਸਿੰਘ ਮੁਲਤਾਨੀ ਅਗਵਾ ਮਾਮਲੇ ਦੇ ਵਿੱਚ। ਲੇਕਿਨ ਅੱਜ ਇੱਕ ਹੋਰ ਵੱਡੀ ਗੱਲ ਹੋਈ ਆ। ਵੱਡੀ ਗੱਲ ਇਹ ਹੋਈ ਆ ਕਿ 1984 ਦੇ ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੇ ਜ਼ਮਾਨਤ ਦੀ ਅਰਜ਼ੀ ਲਗਾਈ ਸੀ ਸੁਪਰੀਮ ਕੋਰਟ ਦੇ ਵਿੱਚ, ਤੇ ਫਿਰ ਸੁਪਰੀਮ ਕੋਰਟ ਨੇ ਵੀ ਚੰਗਾ ਜਿਹਾ ਜਿਹੜਾ ਜਵਾਬ ਆ ਉਹ ਸੱਜਣ ਕੁਮਾਰ ਨੂੰ ਦੇ ਦਿੱਤਾ, ਤੇ ਉਹ ਕਹਿੰਦੇ ਜੀ ਚੁੱਪ ਕਰਕੇ ਜੇਲ੍ਹ ਦੇ ਅੰਦਰ ਬੈਠੇ ਰਹੋ, ਜ਼ਮਾਨਤ ਤੁਹਾਨੂੰ ਕੋਈ ਅਸੀਂ ਦੇਣੀ ਨਹੀਂ ਹੈ, ਕੋਈ ਛੋਟਾ ਇਹ ਮਾਮਲਾ ਨਹੀਂ ਹੈ। ਸੋ ਬੜੀ ਜਿਹੜੀ ਕਰਾਰਾ ਇੱਕ ਕਹਿ ਸਕਦੇ ਹਾਂ ਕਿ ਥੱਪੜ ਵੱਜਿਆ, ਜਿਸ ਤਰੀਕੇ ਦੇ ਨਾਲ ਕਰੋਨਾ ਜਾਂ ਫਿਰ ਹੋਰ ਬਿਮਾਰੀ ਦਾ ਬਹਾਨਾ ਲਾ ਕੇ ਸੱਜਣ ਕੁਮਾਰ ਜੇਲ੍ਹ ਤੋਂ ਬਾਹਰ ਆਉਣ ਨੂੰ ਫਿਰਦਾ ਸੀ, ਤੇ ਉਹਨੂੰ ਸੁਪਰੀਮ ਕੋਰਟ ਨੇ ਫਿਰ ਉੱਥੇ ਹੀ ਕਹਿ ਦਿੱਤਾ ਕਿ ਤੁਹਾਡੀ ਜਿਹੜੀ ਜਗ੍ਹਾ ਉਹ ਫਿਲਹਾਲ ਇੱਥੇ ਹੀ ਹੈ, ਤੁਹਾਨੂੰ ਇੱਥੇ ਹੀ ਰਹਿਣਾ ਪੈਣਾ। ਜੇ ਕੋਈ ਛੋਟਾ ਮੋਟਾ ਇਲਾਜ ਜਿੰਨੀ ਕਿ ਜ਼ਰੂਰਤ ਹੈ ਸਾਰੇ ਜੇਲ੍ਹ ਦੇ ਵਿੱਚ ਤੁਹਾਨੂੰ ਮਿਲਣਗੇ। ਸੋ ਇੱਕ ਕਾਲਰ ਸਾਡੇ ਨਾਲ ਨੇ ਜੀ ਜੁੜੇ ਹੋਏ, ਸਵਾਗਤ ਹੈ ਸਰ। ਹੈਲੋ, ਹਾਂ ਕਾਕਾ ਜੀ, ਇੱਕ ਬੜਾ ਚਿੰਤਾ ਦਾ ਵਿਸ਼ਾ। ਦੇਖੋ 5 ਸਾਲ ਪਹਿਲਾਂ ਨਾ ਮੁਕਤਸਰ ਸ਼ਹਿਰ ਸਭ ਤੋਂ ਗੰਦਾ ਸ਼ਹਿਰ ਐਲਾਨਿਆ ਸੀ ਇੰਡੀਆ ਦੇ ਵਿੱਚੋਂ ਜੀ। ਹੁਣ ਬੇਟਾ ਗੁਰੂ ਦੀ ਨਗਰੀ ਵੀ 9 ਗੰਦੇ ਸ਼ਹਿਰਾਂ ਦੇ ਵਿੱਚ ਸ਼ਾਮਲ ਹੋ ਗਈ ਆ ਜੀ। ਸਾਰੇ ਯੂਪੀ ਦੇ ਸ਼ਹਿਰ, ਬਿਹਾਰ ਦੇ ਸ਼ਹਿਰ ਅੰਮ੍ਰਿਤਸਰ ਨਾਲੋਂ ਸਾਫ਼ ਨੇ। ਹਾਂ ਬਿਲਕੁਲ। ਤੇ ਬੇਟਾ ਦੇਖੋ ਹੁਣ ਦੇਖੋ ਆਪਾਂ ਨੂੰ ਬਾਬੇ ਨਾਨਕ ਦੇ ਆਖੇ ਲੱਗਣਾ ਪੈਣਾ। ਬਾਬਾ ਜੀ ਨੇ ਕਿਹਾ ਸੀ ਵੀ ਹਰੇਕ ਬੰਦਾ 24 ਘੰਟਿਆਂ ਵਿੱਚੋਂ 2.5 ਘੰਟੇ ਸਾਂਝੇ ਕੰਮ ਲਈ ਛੱਡੇ, ਸਫਾਈ ਲਈ ਛੱਡੇ। ਤੇ ਬੇਟਾ ਇੱਕ ਹੋਰ ਬੇਨਤੀ ਆ, ਆਹ ਝਾੜੂ ਵਾਲੀ ਪਾਰਟੀ ਆ, ਇਹੀ ਝਾੜੂ ਦੀ ਲਾਜ ਰੱਖ ਲੈਣ। ਇਹਨਾਂ ਦੇ ਬੰਦੇ ਆ ਅੰਮ੍ਰਿਤਸਰ ਦੇ ਵਿੱਚ, ਉਹੀ ਝਾੜੂ ਚੱਕ ਲੈਣ ਤਾਂ ਵੀ ਗੁਰੂ ਦੀ ਨਗਰੀ ਦਾ ਕੋਈ ਨਾ ਕੋਈ ਬਣ ਜੂਗਾ। ਤੇ ਇਸ ਕਰਕੇ ਦੂਜੀ ਗੱਲ ਬੇਟਾ ਮੈਂ ਤੈਨੂੰ ਹੋਰ ਬੇਨਤੀ ਕਰਦਾ, ਦੇਖੋ ਅੰਬਾਨੀ ਉਹਨਾਂ ਨੇ ਕਾਰਖਾਨੇ ਲਾਏ, ਉਹਨਾਂ ਨੇ ਰੁਜ਼ਗਾਰ ਦਿੱਤਾ ਲੋਕਾਂ ਨੂੰ। ਉਹ ਇੱਥੇ ਬੇਟਾ ਪਿਛਲੇ 20 ਸਾਲਾਂ 'ਚ 20,000 ਕਾਰਖਾਨਾ ਬੰਦ ਹੋ ਗਿਆ ਪੰਜਾਬ 'ਚ, ਤੇ ਹੁਣ ਥਰਮਲ ਪਲਾਂਟ ਵੀ ਬੰਦ ਕਰ ਦੋ। ਉਹ ਕਿਵੇਂ ਕੰਮ ਚੱਲੂਗਾ? ਮੰਨ ਲਓ ਅੰਬਾਨੀ ਉਹਨਾਂ ਨੂੰ ਨਾ ਕੁਛ ਕਿਹਾ ਕਰੋ। ਦੇਖੋ ਉਹ ਰੁਜ਼ਗਾਰ ਦਿੰਦੇ ਆ, ਕਾਰਖਾਨੇ ਚਲਾਉਂਦੇ ਆ, ਸਭ ਤੋਂ ਵਧੀਆ ਕਾਰਖਾਨੇ ਅੰਬਾਨੀ ਦੇ ਚੱਲਦੇ ਨੇ, ਸਭ ਤੋਂ ਸਾਫ਼ ਬੰਦਾ ਉਹ। ਤੇ ਇਸ ਕਰਕੇ ਮੰਨ ਲਓ ਆਪਣੇ ਲੋਕਾਂ ਨੂੰ ਕਹੋ ਵੀ ਬਾਬੇ ਦੇ ਆਖੇ ਲੱਗੋ, 2.5 ਘੰਟੇ ਰੋਜ਼ ਛੱਡੋ ਤੇ ਗੁਰੂ ਦੀ ਨਗਰੀ ਨੂੰ ਬਚਾਵੋ। ਸਤਿ ਸ੍ਰੀ ਅਕਾਲ। ਬਹੁਤ ਬਹੁਤ ਸ਼ੁਕਰੀਆ ਜੀ ਬਜ਼ੁਰਗਾਂ ਦਾ। ਤੇ ਅਸੀਂ ਮਾੜਾ ਨਹੀਂ ਜੀ ਕਹਿੰਦੇ, ਅੰਬਾਨੀ ਨੂੰ ਅਸੀਂ ਮਾੜਾ ਨਹੀਂ ਕਹਿੰਦੇ, ਪਰ ਅਸੀਂ ਇਹ ਸਵਾਲ ਕਰਦੇ ਹਾਂ ਕਿ ਇਕੱਲਾ ਅੰਬਾਨੀ ਕਿਉਂ ਅੱਗੇ ਜਾ ਰਿਹਾ, ਤੇ ਬਿਜ਼ਨਸਮੈਨ ਤਾਂ ਸਾਡੇ ਦੇਸ਼ ਦੇ ਵਿੱਚ ਹੋਰ ਵੀ ਬਹੁਤ ਵੱਡੇ ਵੱਡੇ ਨੇ, ਬਹੁਤ ਵੱਡੇ ਵੱਡੇ ਹੋਰ ਵੀ ਘਰਾਣੇ ਨੇ। ਹਾਂ, ਲੇਕਿਨ ਜਿਸ ਤਰੀਕੇ ਦੇ ਨਾਲ ਅਸੀਂ ਗੱਲ ਕਰਦੇ ਹਾਂ ਕਿ ਧੀਰੂ ਭਾਈ ਅੰਬਾਨੀ ਨੇ ਐਮਪਾਇਰ ਖੜਾ ਕੀਤਾ, ਜਿਸ ਤਰੀਕੇ ਤੋਂ ਹੇਠਲੇ ਲੈਵਲ ਤੋਂ ਲੈ ਕੇ ਫਰਸ਼ ਤੋਂ ਲੈ ਕੇ ਅਰਸ਼ ਤੱਕ ਆਪਣਾ ਜਿਹੜਾ ਵਪਾਰ ਆ ਉਹ ਪਹੁੰਚਾ ਦਿੱਤਾ। ਤੇ ਹੋਰ ਵੀ ਬਹੁਤ ਸਾਰੇ ਨਵੇਂ ਵਪਾਰੀ ਵੀ ਇੱਦਾਂ ਦੇ ਸੁਪਨੇ ਦੇਖਦੇ ਨੇ, ਤੇ ਫਿਰ ਉਹਨਾਂ ਦੇ ਸੁਪਨੇ ਵੀ ਪੂਰੇ ਹੋਣੇ ਚਾਹੀਦੇ ਨੇ ਜੀ। ਸਵਾਲ ਇਹੀ ਹੈ ਕਿ ਸਿਰਫ ਇੱਕ ਬੰਦਾ ਭਾਰਤ ਦੇਸ਼ ਦੇ ਵਿੱਚ ਤਰੱਕੀ ਕਰੀ ਜਾਵੇ ਤੇ ਬਾਕੀਆਂ ਦੀ ਤਰੱਕੀ ਨਾ ਹੋਵੇ, ਫਿਰ ਗੱਲ ਉੱਥੇ ਫਸਦੀ ਆ। ਸਾਰੇ ਬੰਦੇ ਕਰਨ, ਅੰਬਾਨੀ ਦੇ ਨਾਲ ਨਾਲ ਬਾਕੀ ਦੇ ਵੀ ਬੰਦੇ ਵੀ ਤਰੱਕੀਆਂ ਕਰਨ, ਕਿਸਾਨ ਵੀ ਤਰੱਕੀ ਕਰਨ, ਫਿਰ ਗੱਲ ਬਣਦੀ ਆ। ਲੇਕਿਨ ਜਦੋਂ ਦੇਸ਼ ਦਾ ਬਾਕੀ ਜਿਹੜੇ ਵਪਾਰਿਕ ਅਦਾਰੇ ਜਾਂ ਬਾਕੀ ਹੋਰ ਵਿਅਕਤੀ ਨੇ ਤੇ ਉਹ ਤਾਂ ਘਾਟੇ 'ਚ ਜਾ ਰਹੇ ਤੇ ਇੱਕ ਬੰਦਾ ਅੱਗੇ ਨੂੰ ਜਾਈ ਜਾ ਰਿਹਾ, ਤੇ ਫਿਰ ਉਹ ਵੀ ਗੱਲ ਕਿਤੇ ਨਾ ਕਿਤੇ ਬਣਦੀ ਨਹੀਂ ਜੀ। ਅਸੀਂ ਚਾਹੁੰਦੇ ਹਾਂ ਕਿ ਸਾਰਿਆਂ ਨੂੰ ਬਰਾਬਰ ਦਾ ਜਿਹੜਾ ਮੌਕਾ ਮਿਲਣਾ ਚਾਹੀਦਾ। ਸੋ ਇਸ ਕਰਕੇ ਅਸੀਂ ਸਰਕਾਰ ਨੂੰ ਬਾਰ-ਬਾਰ ਕਹਿੰਦੇ ਹਾਂ ਕਿ ਇਸ ਤਰ੍ਹਾਂ ਦੇ ਤੁਸੀਂ ਸਿਰਫ ਇੱਕ ਵੱਡੇ ਘਰਾਣਿਆਂ ਬਾਰੇ ਹੀ ਨਾ ਸੋਚੋ, ਕਿਸਾਨਾਂ ਬਾਰੇ ਤੁਹਾਨੂੰ ਸੋਚਣਾ ਪੈਣਾ, ਆਮ ਲੋਕਾਂ ਬਾਰੇ ਸੋਚਣਾ ਪੈਣਾ। ਜਿੱਦਾਂ ਡਾਕਟਰ ਗਿਆਨ ਸਿੰਘ ਹੋਣੀ ਦੱਸ ਕੇ ਗਏ ਨੇ ਕਿ ਕਿਰਤੀ ਜਿਹੜੇ ਹੱਥਾਂ ਨਾਲ ਮਿਹਨਤ ਦੇ ਨਾਲ ਜਿਹੜੇ ਕੰਮ ਕਰਨ ਵਾਲੇ ਲੋਕ ਨੇ, ਤੇ ਇਹਨਾਂ ਬਾਰੇ ਜੇਕਰ ਦੇਸ਼ ਦੀ ਸਰਕਾਰ ਸੋਚੂਗੀ ਤਾਂ ਦੇਸ਼ ਅੱਗੇ ਜਾਊਗਾ। ਨਹੀਂ ਤਾਂ ਉਦਾਹਰਨ ਤੁਹਾਡੇ ਕੋਲ ਸਾਰਿਆਂ ਦੇ ਕੋਲ ਸਾਹਮਣੇ ਆ ਕਿ ਦੇਸ਼ ਦਾ ਇੱਕ ਵੱਡਾ ਵਪਾਰੀ ਬੰਦਾ ਅੰਬਾਨੀ, ਉਹ ਦੁਨੀਆ ਦੇ 5 ਤਾਕਤਵਰ ਤੇ ਅਮੀਰ ਵਿਅਕਤੀਆਂ ਦੀ ਲਿਸਟ ਦੇ ਵਿੱਚ ਸ਼ਾਮਿਲ ਹੋ ਗਿਆ, ਤੇ ਬਾਕੀ ਸਾਰਾ ਦੇਸ਼ ਪਿੱਛੇ ਚਲਿਆ ਗਿਆ। ਤੇ ਫਿਰ ਇਸ ਤਰੀਕੇ ਦੇ ਨਾਲ ਗੱਲਾਂ ਬਾਤਾਂ ਹੋਣੀਆਂ ਨੇ। ਸੋ ਚਾਹੀਦਾ ਕਿ ਜਦੋਂ ਤੱਕ ਸਰਕਾਰ ਸਾਰਿਆਂ ਨੂੰ ਨਾਲ ਲੈ ਕੇ ਨਹੀਂ ਚੱਲਦੀ, ਸਾਰਿਆਂ ਦਾ ਭਲਾ ਨਹੀਂ ਸੋਚਦੀ, ਉਦੋਂ ਤੱਕ ਦੇਸ਼ ਦਾ ਭਲਾ ਨਹੀਂ ਹੋ ਸਕਦਾ। ਹਾਂ, ਕਿਸੇ ਇੱਕ ਜਿਹੜਾ ਘਰਾਣੇ ਦਾ
ਉਹ ਭਲਾ ਜ਼ਰੂਰ ਸਰਕਾਰ ਕਰ ਸਕਦੀ ਹੈ। ਸੋ ਇੱਕ ਕਾਲਰ ਨੇ ਜੀ ਸਾਡੇ ਨਾਲ, ਸਵਾਗਤ ਹੈ ਸਰ। ਹੈਲੋ ਜੀ, ਸਤਿ ਸ਼੍ਰੀ ਅਕਾਲ ਬਲਵਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ ਅਵਤਾਰ ਸਿੰਘ ਜੀ। ਹੋਰ ਮਹਾਰਾਜ ਕੀ ਹਾਲ ਹੈ ਜੀ? ਠੀਕ ਹੈ ਜੀ, ਤੁਸੀਂ ਸੁਣਾਓ? ਹਾਂ ਠੀਕ ਹੈ ਮਹਾਰਾਜ। ਇਹ ਅੰਬਾਨੀਆਂ ਦਾ ਉਹ ਡੈਡੀ ਇਹਨਾਂ ਦਾ ਇਰਾਨ ਚੋਂ 35,000 ਰੁਪਈਆ ਲੈ ਕੇ ਆਇਆ ਸੀ ਤੇ ਅੱਜ ਉਹ 5ਵੇਂ ਨੰਬਰ ਤੇ ਦੁਨੀਆ ਦੇ ਵਿੱਚ ਜੀ। ਔਰ ਸਾਰਾ ਕੁਝ ਉਸ ਬੰਦੇ ਲਈ ਆ। ਦੂਜੇ ਪਾਸੇ ਦੁਨੀਆ ਭੁੱਖੀ ਮਰ ਰਹੀ ਹੈ ਜੀ ਜੀ। ਦੂਜੀ ਗੱਲ ਸੈਣੀ ਦੀ ਆ, ਇੱਥੇ ਵੀ ਡਬਲ ਕਾਨੂੰਨ ਆ ਹਿੰਦੁਸਤਾਨ ਦੇ ਵਿੱਚ ਵੀ। ਜੇ ਆਹੀ ਕੰਮ ਕਿਸੇ ਮੇਰੇ ਵਰਗੇ ਤੋਂ ਹੋਇਆ ਹੁੰਦਾ ਤਾਂ ਮੇਰੀਆਂ ਧੀਆਂ ਭੈਣਾਂ ਵੀ ਚੱਕੀਆਂ ਹੋਣੀਆਂ ਸੀ। ਮੈਨੂੰ ਨੰਗਾ ਕਰਕੇ ਵੀਡੀਓ ਪਾਈ ਹੋਣੀ ਸੀਗੀ। ਮੇਰੇ ਪਸ਼ੂਆਂ ਨੂੰ, ਗੁਆਂਢੀਆਂ ਨੂੰ ਪੱਠੇ ਵੀ ਨਹੀਂ ਪਾਉਣ ਦੇਣੇ ਜੀ। ਔਰ ਜੋ ਮੇਰਾ ਹਾਲ ਜਾਂ ਮੇਰੇ ਪਰਿਵਾਰ ਦਾ ਜਾਂ ਮੇਰੀਆਂ ਧੀਆਂ ਭੈਣਾਂ ਦਾ ਹੋਣਾ ਸੀ ਉਹ ਜੁਦੀ ਗੱਲ ਸੀ। ਇਹ ਅੰਦਰ ਬੈਠਾ ਔਰ ਇਹਨਾਂ ਦੀ ਪੁਲਿਸ ਬਾਹਰ ਖੜੀ ਹੈ ਤੇ ਮਤਲਬ ਕਿ ਇੰਨਾ ਹਾਲ ਮੰਦਾ ਲੱਭ ਨਹੀਂ ਰਹੇ। ਹੁਣ ਇੱਥੇ ਇੱਕ ਪ੍ਰਧਾਨ ਮੰਤਰੀ ਨੇ ਫੈਂਸ ਲਵਾ ਲਈ ਸੀ, ਫੈਂਸ ਜੀ। ਜਦੋਂ ਉਹਦਾ ਘਟਾਲਾ ਨਿਕਲਿਆ ਨੂੰ ਮਤਲਬ ਮੁੱਖ ਮੰਤਰੀ ਨੂੰ, ਬੀਜੀ ਸੂਬੇ ਦੇ ਨੂੰ, ਉਹਨੂੰ ਅਸਤੀਫਾ ਦੇਣਾ ਪਿਆ ਸੀਗਾ। ਇੱਥੇ ਦੇਖ ਲਓ ਸਭ ਕੁਝ ਹੋਈ ਜਾਂਦਾ ਜੀ। ਕੀ ਕਰੂ ਹੁਣ ਤਾਂ ਇਹ ਹਾਲ ਆ, ਇੰਨਾ ਮੰਦਾ ਹਾਲ ਆ। ਤੁਸੀਂ ਦੇਖ ਲਓ ਵੀ ਕੈਪਟਨ ਸਾਹਿਬ ਉੱਥੇ ਬੈਠੇ ਆ, ਅੰਦਰ ਆਰਾਮ ਨਾਲ ਐਸ਼ ਕਰਦੇ ਆ ਤੇ ਅੱਜ ਬਿਲਕੁਲ ਕੋਈ ਇਹੀ ਤਾਂ ਤਰਾਸਦੀ ਹੈ ਕਿ ਸੋਚਣ ਦੀ ਕਿਸੇ ਨੂੰ ਲੋੜ ਹੀ ਨਹੀਂ ਹੈ, ਚਾਹੇ ਮੁੱਖ ਮੰਤਰੀ ਹੋਣ ਚਾਹੇ ਪ੍ਰਧਾਨ ਮੰਤਰੀ ਹੋਣ। ਬਸ ਆਪਣੀ ਵਾਹ-ਵਾਹ ਹੋਣੀ ਚਾਹੀਦੀ ਆ ਦੇਸ਼ ਤੇ ਦੁਨੀਆ ਦੇ ਵਿੱਚ। ਠੀਕ ਹੈ, ਅਸੀਂ ਅਮਰੀਕਾ ਦੇ ਰਾਸ਼ਟਰਪਤੀ ਦੇ ਨਾਲ ਸਾਡੀ ਦੋਸਤੀ ਆ, ਅਸੀਂ ਉਹਦੇ ਨਾਲ ਮੋਢੇ 'ਤੇ ਹੱਥ ਵੀ ਉਹਦੇ ਮਾਰ ਸਕਦੇ ਹਾਂ। ਬਸ ਇਹੀ ਗੱਲਾਂ ਸਾਨੂੰ ਖੁਸ਼ ਕਰੀ ਜਾਂਦੀਆਂ। ਬਾਕੀ ਦੇਸ਼ ਕਿੱਥੇ ਜਾਂਦਾ, GDP ਕਿੱਥੇ ਜਾਂਦੀ ਆ, ਅਰਥ ਵਿਵਸਥਾ ਕਿੱਥੇ ਜਾਂਦੀ ਹੈ, ਕਿਹਨੂੰ ਪਰਵਾਹ ਹੈ ਜੀ। ਆਪਣਾ ਠੀਕ ਚੱਲ ਰਿਹਾ, ਆਪਾਂ ਫਿਰ ਅਗਲੀ ਵਾਰ ਐਸੇ ਤਰੀਕੇ ਦੇ ਨਾਲ ਲੋਕਾਂ ਨੇ ਆਪਾਂ ਨੂੰ ਜਿਤਾ ਦੇਣਾ। ਤੇ ਫਿਰ ਜਦੋਂ ਇਸ ਤਰ੍ਹਾਂ ਦੇ ਗੱਲਾਂ ਬਾਤਾਂ ਚੱਲਦੀਆਂ ਹੋਣ ਜਾਂ ਫਿਰ ਲੋਕ ਇਸ ਤਰ੍ਹਾਂ ਦੇ ਹੋਣ ਕਿਸੇ ਦੇਸ਼ ਦੇ ਵਿੱਚ, ਤੇ ਫਿਰ ਕਿਸੇ ਆਗੂ ਨੂੰ ਕੰਮ ਕਰਨ ਦੀ ਕੀ ਲੋੜ ਹੈ ਜੀ। ਸੋ ਬਹੁਤ ਬਹੁਤ ਸ਼ੁਕਰੀਆ ਜੀ ਸਰਦਾਰ ਅਵਤਾਰ ਸਿੰਘ ਸ਼ੇਰਗਿੱਲ ਜੀ ਤੁਹਾਡਾ ਤੇ ਕਾਲ ਕਰਨ ਦੇ ਲਈ। ਸੋ ਦਰਸ਼ਕੋ, ਜਿਹੜਾ ਸਮਾਂ ਉਹ ਅਸੀਂ ਹੁਣ ਸਮਾਪਤੀ ਵੱਲ ਸਾਡਾ ਵੱਧ ਰਿਹਾ ਤੇ ਗੱਲਾਂ ਬਾਤਾਂ ਹੋ ਰਹੀਆਂ ਸੀ ਕਿ ਬਠਿੰਡੇ ਵੱਲ ਬਹੁਤ ਸਾਰੇ ਕਿਸਾਨਾਂ ਨੇ ਇਹ ਸੋਚ ਕੇ ਮਿਰਚ ਲਾਈ ਸੀ ਕਿ ਮਿਰਚ ਦੀ ਫਸਲ ਉਗਾ ਲੈਂਦੇ ਹਾਂ ਜੀ, ਚਲੋ ਵਧੀਆ ਪੈਦਾਵਾਰ ਦੇ ਦੇਗੀ ਤੇ ਵਧੀਆ ਮੁਨਾਫਾ ਵੀ ਕੱਟ ਲਾਂਗੇ। ਤੇ ਹੁਣ ਹਾਲਾਤ ਇਹ ਨੇ ਜੀ ਕਿ 5 ਰੁਪਏ ਤੋਂ ਵੱਧ ਮਿਰਚ ਦਾ ਜਿਹੜਾ ਰੇਟ ਨਹੀਂ ਮਿਲ ਰਿਹਾ ਕਿਸਾਨਾਂ ਨੂੰ। ਤੇ ਕਿਸਾਨ ਹੁਣ ਸੋਚ ਰਹੇ ਨੇ ਵੀ ਜਿਹੜੀ ਖੇਤਾਂ ਦੇ ਵਿੱਚ ਸਾਡੇ ਮਿਰਚ ਲੱਗੀ ਹੈ ਇਹਨੂੰ ਤੋੜੀਏ ਜਾਂ ਫਿਰ ਇੱਦਾਂ ਹੀ ਰਹਿਣ ਦੀਏ, ਕਿਉਂਕਿ ਤੁੜਾਈ ਤੇ ਵੀ ਜਿਹੜੀ ਲੇਬਰ ਆ ਉਹ ਬਹੁਤ ਮਹਿੰਗੀ ਪੈਣੀ ਆ। ਤੇ ਜੇਕਰ ਤੁੜਾਈ ਤੇ ਲੇਬਰ ਲਗਾ ਕੇ ਤੇ ਮੰਡੀ ਤੱਕ ਲੈ ਕੇ ਜਾਏਗਾ ਤੇ ਮਿਲੇਗੇ 5 ਰੁਪਏ, ਤੇ ਫਿਰ ਕਿਸਾਨ ਦੇ ਪੱਲੇ ਕੁਝ ਨਹੀਂ ਪੈਣਾ। ਸੋ ਇਸ ਤਰ੍ਹਾਂ ਦੇ ਹਾਲਾਤ ਨੇ ਜੀ ਸਾਡੇ ਦੇਸ਼ ਦੇ ਵਿੱਚ। ਇੱਕ ਬੰਦਾ, ਇੱਕ ਕਿਸਾਨ ਆਪਣੇ ਖੂਨ ਪਸੀਨੇ ਦੇ ਇੱਕ ਕਰਕੇ ਇੰਨੀ ਮਿਹਨਤ ਦੇ ਨਾਲ ਕੋਈ ਫਸਲ ਉਗਾਉਂਦਾ, ਯਾਨੀ ਕਹਿ ਲਈਏ ਕਿ ਇੱਕ ਨਵੀਂ ਜ਼ਿੰਦਗੀ ਦੇ ਰਿਹਾ ਕਿਸੇ ਪੌਦੇ ਨੂੰ, ਉਹਨੂੰ ਛੋਟੇ ਬੀਜ ਤੋਂ ਲੈ ਕੇ ਉਹਨੂੰ ਵੱਡਾ ਕਰਦਾ ਤਾਂ ਕਿ ਉਹ ਤੋਂ ਪੈਦਾਵਾਰ ਹਾਸਲ ਕਰੇ। ਤੇ ਜਦੋਂ ਉਹਦਾ ਪੌਦਾ ਵੱਡਾ ਹੁੰਦਾ, ਜਵਾਨ ਹੁੰਦਾ, ਤੇ ਜਦੋਂ ਉਹ ਤੋਂ ਫਸਲ ਲੈਣੀ ਹੁੰਦੀ ਹੈ ਤੇ ਫਸਲ ਦਾ ਜਦੋਂ ਰੇਟ ਸਰਕਾਰਾਂ ਨਾ ਦੇਣ, ਮੰਡੀਆਂ ਦੇ ਵਿੱਚ ਰੇਟ ਨਾ ਮਿਲੇ, ਤੇ ਫਿਰ ਇਸੇ ਤਰ੍ਹਾਂ ਦੇ ਹਾਲ ਕਿਸਾਨਾਂ ਦੇ ਹੋਣੇ ਨੇ ਜੀ। ਸੋ ਦਰਸ਼ਕੋ, ਅੱਜ ਦਾ ਜਿਹੜਾ ਸਮਾਂ ਉਹ ਸਾਡਾ ਇੱਥੇ ਹੀ ਹੁਣ ਅਸੀਂ ਸਮਾਪਤ ਹੋ ਰਿਹਾ ਜੀ। ਕੱਲ੍ਹ ਸ਼ਨੀਵਾਰ ਦਾ ਦਿਨ ਹੈ, ਹਫਤੇ ਦਾ ਸਾਡਾ ਆਖਰੀ ਦਿਨ ਹੋਏਗਾ ਤੇ ਫਿਰ ਕੱਲ੍ਹ ਮਿਲਦੇ ਹਾਂ ਜੀ ਇਸੇ ਸਮੇਂ, ਇਸੇ ਚੈਨਲ 'ਤੇ, ਇਸੇ ਹੀ ਪ੍ਰੋਗਰਾਮ ਯਾਨੀ ਕਿ ਗਲੋਬਲ ਗੱਲਬਾਤ ਦੇ ਵਿੱਚ। ਸੋ ਕੱਲ੍ਹ ਤੱਕ ਅਸੀਂ ਅਰਦਾਸ ਕਰਦੇ ਹਾਂ, ਉਮੀਦ ਕਰਦੇ ਹਾਂ ਕਿ ਜਿੱਥੇ ਵੀ ਤੁਸੀਂ ਬੈਠੇ ਹੋ ਸੁਰੱਖਿਅਤ ਅਤੇ ਸੇਫ ਬੈਠੋਗੇ, ਤੰਦਰੁਸਤ ਬੈਠੋਗੇ, ਤੰਦਰੁਸਤ ਰਹੋਗੇ। ਸੋ ਕੱਲ੍ਹ ਤੱਕ ਦੇ ਲਈ ਹੁਣ ਮੈਨੂੰ ਤੇ ਮੇਰੀ ਪੂਰੀ ਟੀਮ ਨੂੰ ਆਗਿਆ ਦਿਓ ਜੀ। ਧੰਨਵਾਦ ਤੇ ਰੱਬ ਰਾਖਾ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।